ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਆਪ ਜੀ ਪਾਨ ਪਵਿੱਤਰ ਸ਼ਬਦੀ ਵਿਚਾਰ ਸਰਵਣ ਕਰਨ ਜਾ ਰਹੇ ਹੋ, ਭਾਈ ਗੁਰਦਾਸ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਨ ਪਵਿੱਤਰ ਸ਼ਬਦ ਭਾਈ ਗੁਰਦਾਸ ਜੀ ਦੇ ਵਾਰਾਂ ਦੇ ਵਿੱਚ ਅੰਕਿਤ ਹੈ। ਸੋ ਭਾਈ ਗੁਰਦਾਸ ਜੀ ਇਸ ਸ਼ਬਦ ਵਿੱਚ ਰਾਜਾ ਹਰੀ ਚੰਦ ਅਤੇ ਉਹਨਾਂ ਦੀ ਧਰਮ ਸਪਤਨੀ ਤਾਰਾ ਰਾਣੀ ਦੇ ਇਤਿਹਾਸ ਨੂੰ ਬਿਆਨ ਕਰਦੇ ਹੋਏ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਹਰੀ ਚੰਦ ਰਾਜਾ ਤੇ ਉਹਦੀ ਧਰਮ ਸਪਤਨੀ ਤਾਰਾ ਰਾਣੀ ਬੜੀ ਸੁੱਖ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ। ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਸੁਖ ਰਾਜੇ ਹਰੀ ਚੰਦ ਘਰ, ਨਾਲ ਸੋ ਤਾਰਾ ਲੋਚਨ ਰਾਣੀ। ਕਿ ਹਰੀ ਚੰਦ ਦੇ ਘਰ ਉਹਦੀ ਪਤਨੀ ਤਾਰਾ ਰਾਣੀ, ਜੋ ਬਹੁਤ ਖੂਬਸੂਰਤ ਹੈ, ਜਿਸ ਦੀਆਂ ਅੱਖਾਂ ਤਾਰਿਆਂ ਦੀ ਤਰ੍ਹਾਂ ਚਮਕਦੀਆਂ ਹਨ, ਤੇ ਹਰੀ ਚੰਦ ਰਾਜਾ ਆਪਣੀ ਪਤਨੀ ਤਾਰਾ ਰਾਣੀ ਨੂੰ ਬਹੁਤ ਦਿਲੋਂ ਪਿਆਰ ਕਰਦਾ ਹੈ, ਤੇ ਤਾਰਾ ਰਾਣੀ ਵੀ ਹਰੀ ਚੰਦ ਰਾਜੇ ਨੂੰ ਬਹੁਤ ਦਿਲੋਂ ਪਿਆਰ ਕਰਦੀ। ਦੋਨਾਂ ਦੇ ਵਿੱਚ ਆਪਸੀ ਪਿਆਰ ਹੈ, ਬੜੇ ਸੁੱਖਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਤੇ ਦੋਵਾਂ ਦੇ ਵਿੱਚ ਇੱਕ ਸਮੇਂ ਇਹ ਘਟਨਾ ਘਟ ਜਾਂਦੀ ਹੈ ਕਿ ਸਾਧ ਸੰਗਤ ਜੀ, ਸੁਖ ਰਾਜੇ ਹਰੀ ਚੰਦ ਘਰ, ਨਾਲ ਸੋ ਤਾਰਾ ਲੋਚਨ ਰਾਣੀ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਸੁਖ ਭੋਗਦੇ ਹਰੀ ਚੰਦ ਰਾਜੇ ਦੇ ਘਰ ਉਹਦੀ ਧਰਮ ਸਪਤਨੀ ਤਾਰਾ ਰਾਣੀ, ਜਿਸ ਦੀਆਂ ਅੱਖਾਂ ਤਾਰਿਆਂ ਦੀ ਤਰ੍ਹਾਂ ਚਮਕਦੀਆਂ ਸਨ ਅਤੇ ਬਹੁਤ ਰੂਪ ਰੰਗ ਵਾਲੀ ਸੀ। ਤਾਰਾ ਰਾਣੀ ਸਾਧ ਸੰਗਤ ਵਿੱਚ ਜਾਂਦੀ ਹੈ, ਰਾਤ ਨੂੰ ਸਤ ਸੰਗ ਜਾ ਕੇ ਸੁਣਦੀ ਹੈ, ਪਰ ਹਰੀ ਚੰਦ ਰਾਜਾ ਜੋ ਸਾਧ ਸੰਗਤ ਵਿੱਚ ਨਹੀਂ ਜਾਂਦਾ, ਇਸ ਕਰਕੇ ਤਾਰਾ ਰਾਣੀ ਸੰਗਤ ਤੋਂ ਬਿਨਾਂ ਰਹਿ ਨਹੀਂ ਸਕਦੀ, ਤੇ ਹਰੀ ਚੰਦ ਰਾਜਾ ਸੰਗਤ ਵਿੱਚ ਨਹੀਂ ਜਾਂਦਾ। ਇਸ ਕਰਕੇ ਤਾਰਾ ਰਾਣੀ ਨੇ ਮਨ ਵਿਚਾਰ ਕੀਤੀ ਕਿ ਜਿੱਥੇ ਰਹਿਣ ਸਬਾਈ ਕੀਰਤਨ ਹੁੰਦਾ ਹੈ, ਧਰਮਸ਼ਾਲਾ ਵਿੱਚ ਸਾਰੀ ਸਾਧ ਸੰਗਤ ਇਕੱਤਰ ਹੋ ਕੇ ਪਰਮਾਤਮਾ ਦੀ ਕੀਰਤੀ ਗਾਉਂਦੀ ਹੈ, ਤੇ ਮੈਂ ਉਸ ਜਗ੍ਹਾ 'ਤੇ ਜਾਣਾ ਹੈ। ਜੇ ਮੈਂ ਰਾਜੇ ਨੂੰ ਪੁੱਛ ਕੇ ਗਈ ਤਾਂ ਉਹਨਾਂ ਨੇ ਮੈਨੂੰ ਰਾਤ ਸਮੇਂ ਸਤ ਸੰਗਤ ਵਿੱਚ ਨਹੀਂ ਜਾਣ ਦੇਣਾ। ਇਸ ਕਰਕੇ ਅੱਧੀ ਰਾਤ ਜਦੋਂ ਰਾਜਾ ਆਪਣੇ ਪਲੰਘ 'ਤੇ ਸੁੱਤਾ ਪਿਆ ਸੀ, ਤੇ ਰਾਣੀ ਵੀ ਆਪਣੇ ਪਲੰਘ 'ਤੇ ਸੁੱਤੀ ਪਈ ਸੀ, ਅੱਧੀ ਰਾਤ ਤਾਰਾ ਰਾਣੀ ਆਪਣੇ ਮਹਿਲਾਂ ਤੋਂ ਬਾਹਰ ਹੋਈ, ਤੇ ਰਾਜੇ ਨੂੰ ਦੱਸਣ ਤੋਂ ਬਗੈਰ ਧਰਮਸ਼ਾਲਾ ਪਹੁੰਚ ਗਈ, ਜਿੱਥੇ ਸਾਧ ਸੰਗਤ ਇਕੱਤਰ ਹੋ ਕੇ ਸਤਿਗੁਰੂ ਅਕਾਲ ਪੁਰਖ ਦੀ ਬਾਣੀ ਦਾ ਕੀਰਤਨ ਕਰ ਰਹੀ ਹੈ। ਉੱਥੇ ਜਾ ਕੇ ਤਾਰਾ ਰਾਣੀ ਨੇ ਆਪਣਾ ਖੜਾਵਾਂ ਦਾ ਜੋੜਾ ਉਤਾਰਿਆ ਅਤੇ ਅੰਦਰ ਜਾ ਕੇ ਸਾਧ ਸੰਗਤ ਵਿੱਚ ਬੈਠ ਗਈ, ਕੀਰਤਨ ਸੁਣਿਆ। ਤੇ ਜਦੋਂ ਸਾਧ ਸੰਗਤ ਜੀ ਕੀਰਤਨ ਦੀ ਸਮਾਪਤੀ ਹੋਈ, ਅਰਦਾਸ ਬੇਨਤੀ ਹੋਈ, ਤਾਂ ਸਾਰੀਆਂ ਸੰਗਤਾਂ ਬਾਹਰ ਆ ਕੇ ਆਪਣੇ ਜੋੜੇ ਪਾ ਰਹੀਆਂ ਹਨ। ਤੇ ਉਸ ਸਮੇਂ ਤਾਰਾ ਰਾਣੀ ਨੇ ਵੀ ਆਪਣੇ ਖੜਾਵਾਂ ਦਾ ਜੋੜਾ ਜਿਹੜਾ ਜਿੱਥੇ ਉਤਾਰਿਆ ਸੀ, ਉੱਥੇ ਆ ਕੇ ਆਪਣੇ ਪੈਰਾਂ ਵਿੱਚ ਖੜਾਵਾਂ ਦਾ ਜੋੜਾ ਪਾਉਣ ਲੱਗੀ, ਤੇ ਉਸ ਨੂੰ ਪਤਾ ਲੱਗਾ ਕਿ ਮੇਰੀ ਇੱਕ ਖੜਾਂ ਕੋਈ ਚੁੱਕ ਕੇ ਲੈ ਗਿਆ ਹੈ, ਜੋ ਇੱਥੇ ਮੈਂ ਜਿੱਥੇ ਸੰਗਤ ਕੀਰਤਨ ਹੋ ਰਿਹਾ ਹੈ, ਇੱਥੇ ਬਾਹਰ ਉਤਾਰਿਆ ਸੀ ਜੋੜਾ। ਕਿਉਂਕਿ ਹਰੀ ਚੰਦ ਰਾਜੇ ਨੇ ਤਾਰਾ ਰਾਣੀ ਦਾ ਪਿੱਛਾ ਕੀਤਾ, ਤੇ ਮਨ ਵਿੱਚ ਕਈ ਵਿਚਾਰ ਆਏ
ਕਿ ਤਾਰਾ ਰਾਣੀ ਮਹਿਲਾਂ ਤੋਂ ਬਾਹਰ ਹੋ ਗਈ, ਕਿਤੇ ਦਿਸ ਨਹੀਂ ਰਹੀ ਕਿ ਤਾਰਾ ਰਾਣੀ ਅੱਜ ਪਹਿਲੀ ਰਾਤ ਗਈ ਹੈ ਬਾਹਰ, ਕਿ ਇਸ ਤੋਂ ਪਹਿਲਾਂ ਰਾਤਾਂ ਦੇ ਵਿੱਚ ਵੀ ਜਾਂਦੀ ਰਹੀ ਹੈ। ਇਸ ਤਰ੍ਹਾਂ ਰਾਜੇ ਹਰੀ ਚੰਦ ਦੇ ਮਨ ਵਿੱਚ ਤਾਰਾ ਰਾਣੀ ਦੇ ਪ੍ਰਤੀ ਇਸ ਤਰ੍ਹਾਂ ਦੇ ਵਿਚਾਰ ਆਉਣ ਲੱਗੇ। ਭਾਈ ਗੁਰਦਾਸ ਜੀ ਕਹਿੰਦੇ ਹਨ, ਸੁਖ ਰਾਜੇ ਹਰੀ ਚੰਦ ਘਰ, ਨਾਰ ਸੋ ਤਾਰਾ ਲੋਚਨ ਰਾਣੀ। ਸੁਖੀ ਰਾਜੇ ਦੇ ਘਰ, ਹਰੀ ਚੰਦ ਰਾਜੇ ਦੇ ਘਰ, ਉਹਨਾਂ ਦੀ ਪਤਨੀ ਤਾਰਾ ਰਾਣੀ, ਜਿਸ ਦੀਆਂ ਅੱਖਾਂ ਤਾਰਿਆਂ ਦੀ ਤਰ੍ਹਾਂ ਚਮਕ ਰਹੀਆਂ ਸਨ। ਸਾਧ ਸੰਗਤ ਮਿਲ ਗਾਵਦੇ, ਰਾਤੀ ਜਾਏ ਸੁਣੇ ਗੁਰਬਾਣੀ। ਜਿੱਥੇ ਸਾਧ ਸੰਗਤ ਇਕੱਤਰ ਹੋ ਕੇ ਧਰਮਸ਼ਾਲਾ ਦੇ ਵਿੱਚ ਗੁਰਬਾਣੀ ਗਾਉਂਦੀ ਹੈ, ਪ੍ਰਭੂ ਦੀ ਕੀਰਤੀ ਗਾਉਂਦੀ ਹੈ, ਉੱਥੇ ਜਾ ਕੇ ਤਾਰਾ ਰਾਣੀ ਜੋੜਾ ਉਤਾਰ ਕੇ ਬਾਹਰ ਸੰਗਤ ਵਿੱਚ ਬੈਠ ਗਈ ਹੈ। ਸਾਧ ਸੰਗਤ ਮਿਲ ਗਾਵਦੇ, ਰਾਤੀ ਜਾਏ ਸੁਣੇ ਗੁਰਬਾਣੀ। ਤੇ ਰਾਤ ਨੂੰ ਜਿੱਥੇ ਪ੍ਰਭੂ ਦਾ ਕੀਰਤਨ ਹੋ ਰਿਹਾ ਹੈ, ਰਾਣੀ ਉਸ ਜਗ੍ਹਾ 'ਤੇ ਪਹੁੰਚ ਕੇ ਪਰਮਾਤਮਾ ਦਾ ਬਾਣੀ ਦਾ ਜੋ ਕੀਰਤਨ ਸਰਵਣ ਕੀਤਾ। ਪਿੱਛੇ ਰਾਜਾ ਜਾਗਿਆ, ਅੱਧੀ ਰਾਤ ਨਖੰਡ ਵਿਹਾਣੀ। ਪਿੱਛੋਂ ਰਾਜੇ ਦੀ ਜਾਗ ਖੁੱਲ੍ਹ ਗਈ ਤੇ ਉਸਨੇ ਦੇਖਿਆ ਕਿ ਰਾਣੀ ਆਪਣੇ ਪਲੰਘ ਉੱਤੇ ਨਹੀਂ ਹੈ। ਬਾਹਰ ਮਹਿਲਾਂ ਦੇ ਬਾਹਰ ਦੇਖਿਆ, ਪਰ ਰਾਣੀ ਕਿਤੇ ਦਿਖਾਈ ਨਹੀਂ ਦਿੱਤੀ। ਪਿੱਛੇ ਰਾਜਾ ਜਾਗਿਆ, ਅੱਧੀ ਰਾਤ ਨਖੰਡ ਵਿਹਾਣੀ। ਅੱਧੀ ਰਾਤ ਨੂੰ ਰਾਜੇ ਨੂੰ ਚਿੰਤਾ ਲੱਗ ਗਈ, ਫਿਕਰ ਲੱਗ ਗਿਆ ਕਿ ਤਾਰਾ ਰਾਣੀ ਅੱਜ ਪਹਿਲੀ ਰਾਤ ਬਾਹਰ ਗਈ ਹੈ ਕਿ ਇਸ ਤੋਂ ਪਹਿਲਾਂ ਵੀ ਜਾਂਦੀ ਰਹੀ ਹੈ, ਚੰਗੇ ਥਾਂ ਗਈ ਹੈ ਜਾਂ ਮਾੜੇ ਥਾਂ ਗਈ ਹੈ। ਇਸ ਕਰਕੇ ਰਾਜੇ ਹਰੀ ਚੰਦ ਨੇ ਆਪਣੀ ਪਤਨੀ ਤਾਰਾ ਰਾਣੀ ਦਾ ਪਿੱਛਾ ਕੀਤਾ। ਰਾਣੀ ਦਿਸ ਨਾ ਆਵੇ, ਮਨ ਵਿੱਚ ਵਰਤ ਗਈ ਹੈਰਾਨੀ। ਦੂਰ ਦੂਰ ਤੱਕ ਕਿਤੇ ਰਾਣੀ ਨਜ਼ਰ ਨਹੀਂ ਪਈ, ਤੇ ਜਿਸ ਕਰਕੇ ਹਰੀ ਚੰਦ ਰਾਜੇ ਦੇ ਮਨ ਵਿੱਚ ਬੜੀ ਹੈਰਾਨਗੀ ਪੈਦਾ ਹੋਈ, ਚਿੰਤਾ ਤੇ ਫਿਕਰ ਹੋਇਆ। ਰਾਣੀ ਦਿਸ ਨਾ ਆਵੀ, ਮਨ ਵਿੱਚ ਵਰਤ ਗਈ ਹੈਰਾਨੀ। ਹੋਰ ਤਰਾਜ ਰਾਤ ਉੱਠ ਕੇ। ਸੋ ਉਸ ਤੋਂ ਅਗਲੀ ਰਾਤ ਜਿਹੜਾ ਹਰੀ ਚੰਦ ਰਾਜਾ ਹੈ, ਉਸਨੇ ਤਾਰਾ ਰਾਣੀ ਦਾ ਪਿੱਛਾ ਕੀਤਾ। ਇਹ ਦੇਖਦਾ ਹੈ ਕਿ ਕਿਸ ਜਗ੍ਹਾ 'ਤੇ ਜਾਂਦੀ ਹੈ ਰਾਣੀ, ਚੰਗੀ ਜਗ੍ਹਾ 'ਤੇ ਜਾਂਦੀ ਹੈ ਜਾਂ ਮਾੜੀ ਜਗ੍ਹਾ 'ਤੇ ਜਾਂਦੀ ਹੈ। ਹੋਰ ਤਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ, ਤੇ ਆਪਣੀ ਪਤਨੀ ਤਾਰਾ ਰਾਣੀ ਦੀ ਭਾਲ ਕਰਨ ਵਾਸਤੇ ਰਾਜਾ ਵੀ ਅੱਧੀ ਰਾਤ ਤਾਰਾ ਰਾਣੀ ਦਾ ਪਿੱਛਾ ਕਰਦਾ ਹੋਇਆ ਉਸ ਦੇ ਪਿੱਛੇ ਪਿੱਛੇ ਆ ਕੇ ਉਸ ਜਗ੍ਹਾ 'ਤੇ ਪਹੁੰਚ ਗਿਆ ਜਿੱਥੇ ਤਾਰਾ ਰਾਣੀ ਧਰਮਸ਼ਾਲਾ ਵਿੱਚ ਪਰਮਾਤਮਾ ਦਾ ਕੀਰਤਨ ਸੁਣ ਰਹੀ ਹੈ। ਤੇ ਉਸਨੇ ਆਪਣਾ ਖੜਾਵਾਂ ਦਾ ਜੋੜਾ ਬਾਹਰ ਉਤਾਰਿਆ ਹੈ। ਤੇ ਰਾਜੇ ਨੇ ਮਨ ਵਿਚਾਰ ਕੀਤਾ, ਕਿਉਂ ਨਾ ਮੈਂ ਉਸ ਦੀ ਇੱਕ ਖੜਾਂ ਚੁੱਕ ਕੇ ਲੈ ਜਾਵਾਂ, ਤੇ ਜਦੋਂ ਰਾਣੀ ਮਹਿਲਾਂ ਵਿੱਚ ਆਵੇਗੀ, ਜੇ ਮੇਰੇ ਤੋਂ ਝੂਠ ਬੋਲੇਗੀ ਤਾਂ ਮੈਂ ਉਸ ਨੂੰ ਇਹ ਖੜਾਂ ਦਿਖਾ ਦੇਵਾਂਗਾ ਕਿ ਆਹ ਮੈਂ ਤੇਰੀ ਖੜਾਂ ਚੁੱਕ ਕੇ ਲਿਆਇਆ ਹਾਂ। ਤੇ ਉਹ ਜਿਹੜੀ ਖੜਾਂ ਹਰੀ ਚੰਦ ਰਾਜੇ ਨੇ ਤਾਰਾ ਰਾਣੀ ਦੀ ਚੁੱਕ ਕੇ ਲਿਆਂਦੀ ਸੀ, ਕਿਸੇ ਅਣਦੱਸੀ ਥਾਂ 'ਤੇ ਆਪਣੇ ਮਹਿਲਾਂ ਵਿੱਚ ਛਪਾ ਦਿੱਤੀ। ਹੋਰ ਤਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ। ਅਗਲੀ ਰਾਤ ਨੂੰ ਉੱਠ ਕੇ ਅੱਧੀ ਰਾਤ ਹਰੀ ਚੰਦ ਰਾਜਾ ਵੀ ਆਪਣੀ ਪਤਨੀ ਤਾਰਾ ਰਾਣੀ ਦਾ ਪਿੱਛਾ ਕਰਦਾ ਹੋਇਆ ਤੇ ਪਿੱਛੇ ਪਿੱਛੇ ਆ ਕੇ ਉਸ ਜਗ੍ਹਾ 'ਤੇ ਪਹੁੰਚ ਜਾਂਦਾ ਹੈ ਜਿੱਥੇ ਉਸ ਦੀ ਰਾਣੀ ਤਾਰਾ ਰਾਣੀ ਨੇ ਆਪਣਾ ਖੜਾਵਾਂ ਦਾ ਜੋੜਾ ਉਤਾਰਿਆ ਹੁੰਦਾ ਹੈ। ਰਾਣੀ ਪਹੁੰਚੀ ਸੰਗਤੀ, ਰਾਜੇ ਖੜੀ ਖੜਾਓ ਨਿਸ਼ਾਨੀ। ਤੋ ਇਸ ਤਰ੍ਹਾਂ ਹਰੀ ਚੰਦ ਰਾਜਾ ਉਸ ਜਗ੍ਹਾ 'ਤੇ ਪਹੁੰਚ ਗਿਆ ਜਿੱਥੇ ਸਤ ਸੰਗਤ ਹੋ ਰਿਹਾ ਹੈ, ਪ੍ਰਭੂ ਦਾ ਕੀਰਤਨ ਹੋ ਰਿਹਾ ਹੈ। ਤੇ ਰਾਜੇ ਨੂੰ ਯਕੀਨ ਆ ਗਿਆ ਕਿ ਤਾਰਾ ਰਾਣੀ ਕਿਸੇ ਮਾੜੀ ਜਗ੍ਹਾ 'ਤੇ ਨਹੀਂ ਆਈ, ਸਗੋਂ ਚੰਗੀ ਜਗ੍ਹਾ 'ਤੇ ਆਈ ਹੈ ਜਿੱਥੇ ਪ੍ਰਮਾਤਮਾ ਦਾ ਕੀਰਤਨ ਹੋ ਰਿਹਾ ਹੈ। ਰਾਣੀ ਪਹੁੰਚੀ ਸੰਗਤੀ, ਰਾਜੇ ਖੜੀ ਖੜਾਓ ਨਿਸ਼ਾਨੀ। ਤੇ ਨਿਸ਼ਾਨੀ ਵਜੋਂ ਹਰੀ ਚੰਦ ਰਾਜਾ ਆਪਣੀ ਪਤਨੀ ਤਾਰਾ ਰਾਣੀ ਦੀ ਇੱਕ ਖੜਾਂ ਚੁੱਕ ਲਿਆਉਂਦਾ ਹੈ ਤੇ ਉਸ ਨੂੰ ਆਪਣੇ ਮਹਿਲਾਂ ਵਿੱਚ ਕਿਸੇ ਅਣਦੱਸੀ ਥਾਂ 'ਤੇ ਛੁਪਾ ਦਿੰਦਾ ਹੈ ਕਿ ਜਦੋਂ ਰਾਣੀ ਆਵੇਗੀ ਤੇ ਮੈਂ ਉਸ ਨੂੰ ਪੁੱਛਾਂਗੇ ਕਿ ਤੂੰ ਮੇਰੇ ਹੁਕਮ ਤੋਂ ਬਿਨਾਂ ਕਿੱਥੇ ਗਈ ਸੀ। ਜੇ ਮੇਰੇ ਤੋਂ ਝੂਠ ਬੋਲੇਗੀ ਤੇ ਮੈਂ ਇਹ ਖੜਾਂ ਜਿਹੜੀ ਹੈ ਛੁਪਾ ਕੇ ਰੱਖੀ ਉਸ ਨੂੰ ਦਿਖਾ ਦੇਵਾਂਗਾ। ਸਾਧ ਸੰਗਤ ਆਰਾਧਿਆ, ਜੁੜੀ ਖੜਾਂ ਪ੍ਰਾਣੀ। ਜਦੋਂ ਤਾਰਾ ਰਾਣੀ ਨੇ ਬਾਹਰ ਆ ਕੇ ਜਿੱਥੇ ਸੰਗਤਾਂ ਆਪੋ ਆਪਣਾ ਜੋੜਾ ਪਾ ਰਹੀਆਂ ਸਨ, ਤਾਰਾ ਰਾਣੀ ਵੀ
ਆਪਣੇ ਪੈਰਾਂ ਵਿੱਚ ਆਪਣਾ ਖੜਾਵਾਂ ਦਾ ਜੋੜਾ ਪਾਉਣ ਲੱਗੀ ਤਾਂ ਉਸ ਨੂੰ ਪਤਾ ਲੱਗਾ ਕਿ ਮੇਰੀ ਇੱਕ ਖੜਾਂ ਜਿਹੜੀ ਹੈ ਉਹ ਗਾਇਬ ਹੈ, ਕਿਸੇ ਨੇ ਚੁੱਕ ਲਈ ਹੈ। ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਤਾਰਾ ਰਾਣੀ ਨੇ ਸਾਰੀ ਸੰਗਤ ਨੂੰ ਇਕੱਤਰ ਕਰਕੇ ਬੇਨਤੀ ਕੀਤੀ ਕਿ ਸਾਰੀ ਸਾਧ ਸੰਗਤ ਆਓ ਮੇਰੇ ਵਾਸਤੇ ਅਰਦਾਸ ਬੇਨਤੀ ਕਰੋ, ਤਾਂ ਜੋ ਮੇਰੀ ਪੁਰਾਣੀ ਖੜਾਂ ਦੇ ਵਰਗੀ ਹੋਰ ਖੜਾਂ ਆ ਕੇ ਇੱਥੇ ਡਿੱਗ ਪਵੇ ਅਤੇ ਮੈਂ ਦੋਨੋਂ ਖੜਾਵਾਂ ਪਾ ਕੇ ਆਪਣੇ ਮਹਿਲਾਂ ਵਿੱਚ ਜਾ ਸਕਾਂ। ਮੇਰ ਸਾਧ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਵਸੇ ਜਿਉ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਵਾਸਾ ਸਾਧ ਸੰਗਤ ਵਿੱਚ ਹੋਇਆ ਕਰਦਾ ਹੈ। ਪ੍ਰਭੂ ਆਪਣੀ ਸਾਧ ਸੰਗਤ ਵਿੱਚ ਵਸਦਾ ਹੈ। ਇਸ ਕਰਕੇ ਜਦੋਂ ਸਾਰੀ ਸੰਗਤ ਨੇ ਇਕੱਤਰ ਹੋ ਕੇ ਤਾਰਾ ਰਾਣੀ ਦਾ ਸਾਥ ਦਿੱਤਾ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਤਾਰਾ ਰਾਣੀ ਦੀ ਉਸ ਖੜਾਂ ਵਾਸਤੇ ਅਰਦਾਸ ਬੇਨਤੀ ਕੀਤੀ ਅਤੇ ਸੱਚਮੁੱਚ ਹੀ ਸੱਚਖੰਡ ਤੋਂ ਇੱਕ ਉਸੇ ਤਰ੍ਹਾਂ ਦੀ ਨਾ ਵੱਡੀ ਨਾ ਛੋਟੀ ਨਾ ਨਵੀਂ ਨਾ ਪੁਰਾਣੀ ਖੜਾਂ ਜਿਹੜੀ ਹੈ ਆ ਕੇ ਤਾਰਾ ਰਾਣੀ ਦੀ ਦੂਸਰੀ ਖੜਾਂ ਲਾਗੇ ਆ ਕੇ ਡਿੱਗ ਪਈ। ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਓ ਪੁਰਾਣੀ। ਸਾਰੀ ਸੰਗਤ ਨੇ ਆਰਾਧਨਾ ਕਰਕੇ ਅਕਾਲ ਪੁਰਖ ਅੱਗੇ ਬੇਨਤੀ ਅਰਦਾਸ ਕੀਤੀ ਅਤੇ ਤਾਰਾ ਰਾਣੀ ਦਾ ਸਾਥ ਦੇ ਕੇ ਸਾਰਿਆਂ ਨੇ ਤਾਰਾ ਰਾਣੀ ਵਾਸਤੇ ਅਰਦਾਸ ਬੇਨਤੀ ਕੀਤੀ ਅਤੇ ਪ੍ਰਮਾਤਮਾ ਨੇ ਦੇ ਕੰਨ ਸੁਣੋ ਅਰਦਾਸ ਜਿਉ। ਤਾਰਾ ਰਾਣੀ ਦੀ ਕੀਤੀ ਅਰਦਾਸ ਪ੍ਰਮਾਤਮਾ ਨੇ ਕੰਨ ਧਰ ਕੇ ਸੁਣੀ ਅਤੇ ਜੋ ਪੁਰਾਣੀ ਖੜਾਂ ਵਰਗੀ ਨਵੀਂ ਖੜਾਂ ਸੱਚਖੰਡ ਵਿੱਚੋਂ ਭੇਜ ਦਿੱਤੀ। ਜਦੋਂ ਤਾਰਾ ਰਾਣੀ ਨੇ ਉਹ ਖੜਾਂ ਅਤੇ ਪਹਿਲੀ ਖੜਾਂ ਆਪਣੇ ਜੋੜਾ ਖੜਾਵਾਂ ਦਾ ਪੈਰਾਂ ਵਿੱਚ ਪਾ ਕੇ ਆਪਣੇ ਮਹਿਲਾਂ ਵਿੱਚ ਗਈ। ਰਾਜੇ ਡਿੱਠਾ ਚਲਤ ਇਹ ਤੋ ਹਰੀ ਚੰਦ ਰਾਜੇ ਨੇ ਤਾਰਾ ਰਾਣੀ ਦੇ ਪੈਰਾਂ ਵੱਲ ਦੇਖਿਆ ਕਿ ਜੋ ਮੈਂ ਖੜਾਂ ਚੁੱਕ ਕੇ ਲਿਆਇਆ ਸੀ ਉਹ ਜਿਸ ਜਗ੍ਹਾ 'ਤੇ ਲੁਕਾਈ ਸੀ ਉਹ ਹੀ ਦੇਖੀ ਅਤੇ ਉੱਥੇ ਪਈ ਹੈ। ਕਿ ਹਰੀ ਚੰਦ ਰਾਜਾ ਬੜਾ ਹੈਰਾਨ ਹੋਇਆ ਕਿ ਇਸ ਦੀ ਇੱਕ ਖੜਾਂ ਤੇ ਮੈਂ ਚੁੱਕ ਕੇ ਲਿਆਇਆ ਸੀ, ਹੁਣ ਤਾਰਾ ਰਾਣੀ ਦੇ ਪੈਰਾਂ ਵਿੱਚ ਦੋਨੋਂ ਖੜਾਵਾਂ ਹਨ। ਰਾਜੇ ਡਿੱਠਾ ਚਲਤ ਇਹ, ਸੋ ਰਾਜੇ ਨੇ ਇਹ ਪ੍ਰਮਾਤਮਾ ਦਾ ਚਲਤ ਦੇਖ ਕੇ ਰਾਜਾ ਬੜਾ ਹੈਰਾਨ ਹੋਇਆ, ਉਹਦੇ ਮਨ ਵਿੱਚ ਬੜੀ ਹੈਰਾਨਗੀ ਆਈ। ਰਾਜੇ ਡਿੱਠਾ ਚਲਤ ਇਹ ਖੜਾਂ ਹੈ ਚੋਜ ਵਡਾਣੀ, ਕਿ ਮੇਰੇ ਪ੍ਰਮਾਤਮਾ ਦਾ ਚੋਜ ਹੈ, ਉਹਦੀ ਖੇਡ ਹੈ। ਉਸਨੇ ਹੀ ਇਹ ਕੌਤਕ ਕੀਤਾ ਹੈ ਕਿ ਉਹਨੇ ਆਪਣੀ ਕਿਰਪਾ ਦਾ ਸਦਕਾ ਤਾਰਾ ਰਾਣੀ ਦੀ ਲਾਜ ਰੱਖਣ ਵਾਸਤੇ ਨਵੀਂ ਖੜਾਂ ਉਸੇ ਤਰ੍ਹਾਂ ਦੀ ਖੜਾਂ ਸੱਚਖੰਡ ਤੋਂ ਦੁਬਾਰਾ ਭੇਜ ਦਿੱਤੀ ਹੈ। ਰਾਜੇ ਡਿੱਠਾ ਚਲਤ ਇਹ ਖੜਾਂ ਹੈ ਚੋਜ ਵਡਾਣੀ। ਸੋ ਰਾਜੇ ਨੇ ਇਹ ਚਲਤ ਆਪਣੇ ਅੱਖਾਂ ਨਾਲ ਡਿੱਠਾ ਕਿ ਮੈਂ ਤੇ ਆਪਣੀ ਪਤਨੀ ਤਾਰਾ ਰਾਣੀ ਦੀ ਖੜਾਂ ਛਪਾ ਕੇ ਲੈ ਕੇ ਆਇਆ ਸੀ, ਜੋ ਮਹਿਲਾਂ ਵਿੱਚ ਅਣਦਿਸੀ ਥਾਂ 'ਤੇ ਛਪਾ ਦਿੱਤੀ ਹੈ, ਉਹ ਉੱਥੇ ਪਈ ਹੈ। ਅਤੇ ਹੁਣ ਤਾਰਾ ਰਾਣੀ ਦੇ ਚਰਨਾਂ ਦੇ ਵਿੱਚ ਉਸੇ ਤਰ੍ਹਾਂ ਦੀਆਂ ਦੋ ਖੜਾਵਾਂ ਪਹਿਨੀਆਂ ਹੋਈਆਂ ਹਨ। ਇਹ ਪ੍ਰਮਾਤਮਾ ਦਾ ਚਲਤ ਹੈ, ਖੇਡ ਹੈ, ਉਸ ਦੀ ਕੌਤਕ ਹੈ ਕਿ ਉਹ ਆਪਣੇ ਦਾਸਾਂ ਭਗਤਾਂ ਦੀ ਲਾਜ ਰੱਖਦਾ ਹੈ। ਸਾਧ ਸੰਗ ਬਿੱਟੋਂ ਕੁਰਬਾਨੀ। ਹੁਣ ਹਰੀ ਚੰਦ ਰਾਜਾ ਬੜਾ ਪ੍ਰਸੰਨ ਹੋਇਆ ਅਤੇ ਤਾਰਾ ਰਾਣੀ ਨੂੰ ਕਹਿਣ ਲੱਗਾ ਕਿ ਹੁਣ ਤੇ ਮੈਂ ਵੀ ਐਸੀ ਸਾਧ ਸੰਗਤ ਤੋਂ ਕੁਰਬਾਨ ਜਾਂਦਾ ਹੈ। ਹੇ ਤਾਰਾ ਰਾਣੀ, ਹੁਣ ਤੂੰ ਇਕੱਲੀ ਨਹੀਂ ਸੰਗਤ ਵਿੱਚ ਜਾਇਆ ਕਰੇਂਗੀ, ਤੇਰੇ ਨਾਲ ਮੈਂ ਵੀ ਜਾਇਆ ਕਰਾਂਗਾ। ਸਾਧ ਸੰਗਤ ਵਿੱਚ ਜਾ ਕੇ ਪਰਮਾਤਮਾ ਦੇ ਆਤਮ ਗੁਣ ਸੁਣਿਆ ਕਰਾਂਗੇ। ਸੋ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸਰਬ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।